Hello students, welcome to my class। आज ਆਪਾਂ ਕਰਨ ਜਾ ਰਹੇ ਹਾਂ essay type to what extent do you agree or disagree। ਇਹਦੇ ਵਿੱਚ ਆਪਾਂ ਦੇਖਾਂਗੇ ਕਿ ਇਸ ਦੀ ਅੱਜ ਇੰਟਰੋਡਕਸ਼ਨ ਕਿਵੇਂ ਬਣਦੀ ਹੈ, ਕਿਉਂਕਿ ਬਹੁਤ ਸਾਰੇ ਸਟੂਡੈਂਟਸ ਤੁਸੀਂ ਦੇਖਿਆ ਹੋਣਾ ਕਿ ਰਾਈਟਿੰਗ ਦੇ ਵਿੱਚ 6.5 ਬੈਂਡ ਤੇ ਰਹਿ ਜਾਂਦੇ ਹੈ। ठीक है, ਉਹਦਾ ਮੇਨ ਰੀਜ਼ਨ ਕਈ ਹੋ ਸਕਦੇ ਹੈ, ਬਟ ਜਿਹੜੇ ਸਟੂਡੈਂਟ ਇੰਟੈਲੀਜੈਂਟ ਨੇ ਜਿਨ੍ਹਾਂ ਦੇ ਇੰਗਲਿਸ਼ ਵਧੀਆ ਉਹ ਵੀ 6.5 ਤੇ ਰਹਿ ਜਾਂਦੇ ਹੈ। ਉਸ ਦਾ ਰੀਜ਼ਨ ਮੇਨ ਕੀ ਹੈ, ਤੁਹਾਡੀ ਜਿਹੜੀ ਐਸੇ ਲਿਖਣ ਦਾ ਸਟਰਕਚਰ ਹੈ ਉਹ ਗਲਤ ਹੁੰਦਾ। ਤੁਹਾਡੀ ਗ੍ਰਾਮਰ ਠੀਕ ਹੁੰਦੀ ਹੈ, ਵੋਕੈਬਲਰੀ ਠੀਕ ਹੁੰਦੀ ਹੈ, ਤੁਹਾਡਾ ਵੇ ਆਫ ਰਾਈਟਿੰਗ ਠੀਕ ਹੁੰਦੀ ਹੈ, ਬਟ ਤੁਹਾਡਾ ਸਟਰਕਚਰ ਗਲਤ ਹੁੰਦਾ। ਅੱਜ मैं ਤੁਹਾਨੂੰ ਦੱਸਦਾ ਕਿ ਕਿਵੇਂ ਤੁਸੀਂ ਰਾਈਟਿੰਗ ਦੇ ਵਿੱਚ ਪਹਿਲੀ ਵਾਰ 'ਚ 7 ਬੈਂਡ ਲੈ ਸਕਦੇ ਹੋ। ਹਾਂਜੀ ਸਟੂਡੈਂਟਸ, ਫਸਟ ਇਹਦਾ ਜਿਹੜਾ ਸਟੈਪ ਹੈ, ਫਸਟ ਸਟੈਪ ਇੰਟਰੋਡਕਸ਼ਨ ਦਾ ਕੀ ਬਣੇਗਾ। ਇਸ ਸਟਰਕਚਰ ਨੂੰ ਤੁਸੀਂ ਧਿਆਨ ਨਾਲ ਅਲੱਗ ਕਾਪੀ ਤੇ ਲਿਖ ਲਓ, ਕਿਉਂਕਿ ਇਹ ਸਟਰਕਚਰ ਜਿਹੜੇ 7-8 ਟਾਈਪ ਦੇ ਐਸੇਜ਼ ਨੇ, ਹਰੇਕ ਐਸੇ ਦਾ ਜਿਹੜਾ ਸਟਰਕਚਰ ਹੈ ਉਹ ਅਲੱਗ ਹੈ। ਠੀਕ ਹੈ, ਇਹ ਤਾਂ ਪਹਿਲਾ ਇੰਟਰੋਡਕਸ਼ਨ ਕਿਵੇਂ ਬਣੇਗੀ, ਰਾਈਟ ਜਨਰਲ ਸਟੇਟਮੈਂਟ। ਰਾਈਟ ਜਨਰਲ ਸਟੇਟਮੈਂਟ, ਮੈਂ ਤੁਹਾਨੂੰ ਸਿਰਫ ਉਹੀ ਸਟਰਕਚਰ ਦੱਸੂਗਾ, ਉਵੇਂ ਹੀ ਦੱਸੂਗਾ ਜਿਵੇਂ ਮੇਰੇ ਬੈਂਡ ਆਏ ਹੈ। ਠੀਕ ਹੈ, ਜਿਵੇਂ ਮੈਂ ਸਟੂਡੈਂਟਸ ਨੂੰ ਕਰਵਾਉਂਦਾ ਰਹਿਣਾ ਤੇ ਜਿਵੇਂ ਉਹਨਾਂ ਦੇ ਵੀ ਬੈਂਡ ਆਉਂਦੇ ਨੇ। ਹੁਣ ਪਹਿਲਾਂ ਦੇਖੋ, ਰਾਈਟ ਜਨਰਲ ਸਟੇਟਮੈਂਟ। ਜਨਰਲ ਸਟੇਟਮੈਂਟ ਲਿਖੋ। ਜਨਰਲ ਸਟੇਟਮੈਂਟ ਦੇ ਵਿੱਚ ਕੀ ਹੈ, ਫਸਟ ਆਫ ਆਲ ਤੁਸੀਂ ਦੇਖਣਾ ਕਿ ਤੁਹਾਡਾ ਜਿਹੜਾ ਕੁਐਸਚਨ ਹੈ ਉਹ ਕਾਹਦੇ ਬਾਰੇ ਹੈ, ਕਿਸ ਦੇ ਓਰੀਐਂਟਡ ਹੈ, ਇੰਜੋਏਬਲ ਐਕਟੀਵਿਟੀਜ਼। ਠੀਕ ਹੈ, ਇਹ ਸਾਰਾ ਤੁਹਾਡਾ ਐਸੇ ਇੰਜੋਏਬਲ ਐਕਟੀਵਿਟੀਜ਼ ਦੇ ਆਲੇ ਦੁਆਲੇ ਘੁੰਮ ਰਿਹਾ। ਹੁਣ ਇਸ ਨੂੰ ਮੈਂ ਵੈਦਰ ਦੇ ਨਾਲ ਬਣਾਉਣਾ, ਸਾਰੇ ਸਟੂਡੈਂਟਸ ਨੂੰ ਵੈਦਰ ਦੇ ਨਾਲ ਹੀ ਕਰਵਾਈ ਦੀ ਹੈ। ਵੈਦਰ ਇਸ ਤਰ੍ਹਾਂ ਲਿਖ ਸਕਦੇ ਹਾਂ, ਵੈਦਰ or not, whether or not doing recreational activities ਕਿਹਦੇ ਨਾਲ, with children help them in growth। देखो ये बन गई ਤੁਹਾਡੀ ਜਨਰਲ ਸਟੇਟਮੈਂਟ। ਮੈਂ ਵੈਦਰ ਦੇ ਨਾਲ ਹੀ ਬਣਾਉਣੀ ਹੈ ਅਗਰ ਤੁਸੀਂ 7 ਬੈਂਡ ਤੱਕ ਜਾਣਾ, ਅਦਰਵਾਈਜ਼ 6.5 ਤੇ ਅਟਕ ਜਾਓਗੇ। ਇਹਦਾ ਕੀ ਹੈ, ਵੈਦਰ ਔਰ ਨਾਟ ਡੂਇੰਗ ਰੀਕ੍ਰੀਏਸ਼ਨਲ ਐਕਟੀਵਿਟੀਜ਼ ਵਿਦ ਚਿਲਡਰਨ ਹੈਲਪ them in growth। ਦੇਖੋ ਇਹੀ ਐਸੇ ਕਹਿ ਰਿਹਾ ਕਿ ਇਹਦੀ ਇਹ ਜਿਹੜੀ ਹੈ ਜਨਰਲ ਸਟੇਟਮੈਂਟ ਬਣ ਸਕਦੀ ਹੈ। ਚੈੱਕ ਕਰੋ, ਟੇਕ ਯੋਰ ਟਾਈਮ। ਹੁਣ ਅਗਲਾ ਸਟੈਪ ਆ ਜਾਓ, ਇਹ ਤੁਹਾਡਾ ਫਸਟ ਸਟੈਪ ਸੀ ਇੰਟਰੋਡਕਸ਼ਨ ਦਾ, ਜਨਰਲ ਸਟੇਟਮੈਂਟ। ਨਾਓ ਰਾਈਟ ਯੂਅਰ ਕੁਐਸਚਨ ਸਟੇਟਮੈਂਟ। ਹਾਂਜੀ, इंट्रोडक्शन का सेकंड स्टेप की बनेगा, सेकंड स्टेप इज रीराइट क्वेश्चन स्टेटमेंट। रीराइट क्वेश्चन स्टेटमेंट। हुण क्वेश्चन स्टेटमेंट नूं तुसीं इत्थों तो लैके इत्थों तक पैराफ्रेज करना। तुहाडा जिहड़ा फ्रेम है, तुसीं फ्रेम तो बाहर नहीं जाना, ਤੁਹਾਡੇ ਬੈਂਡ ਡ੍ਰੌਪ ਹੋ ਜਾਣਗੇ। ਜਿਹੜੀ ਚੀਜ਼ ਦੀ ਗੱਲ ਕੀਤੀ ਹੋਈ ਹੈ ਸਿਰਫ ਉਹ ਤੇ ਫੋਕਸ ਕਰਨਾ। ਕੀ ਕੀਤਾ, ਡੂਇੰਗ ਐਨ ਇੰਜੋਏਬਲ ਐਕਟੀਵਿਟੀ ਵਿਦ ਅ ਚਾਈਲਡ ਕੈਨ ਡਿਵੈਲਪ ਬੈਟਰ ਸਕਿੱਲਸ। ਇਸ ਚੀਜ਼ ਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ, ਸੇਮ ਚੀਜ਼ ਨੂੰ ਦੁਬਾਰਾ ਲਿਖਣਾ। ਦੇਖੋ, ਦਿਸ ਵਨ ਇਜ਼ योर चिल्ड्रंस
skills can be improved. Children's skills can be improved if their parents do good activities with them. ਇਹ ਬਣ ਜਾਏਗਾ ਤੁਹਾਡਾ ਰੀਰਾਈਟ ਕੁਐਸਚਨ ਸਟੇਟਮੈਂਟ children's skills can be improved if their parents do good activities with them. ਹੁਣ ਕੀ ਆ ਗਿਆ ਦੇਖੋ ਤੁਸੀਂ ਇਹ ਜਿਹੜਾ ਕੁਐਸਚਨ ਹੈ ਨਾ ਇੱਥੋਂ ਤੱਕ ਜਿਹੜਾ ਦਿੱਤਾ ਹੋਇਆ ਇਹ ਫੈਕਟ ਨਹੀਂ ਹੈ this is not a fact. ਇਹ ਕੀ ਹੈ ਕਿਸੇ ਲੋਕ ਦੀ ਕਿਸੇ ਬੰਦੇ ਦੀ ਕਹੀ ਹੋਈ ਗੱਲ ਹੈ ਇਸ ਕਰਕੇ ਸੈਕੰਡ ਮਿਸਟੇਕ ਜਿਹੜੀ ਤੁਹਾਡੀ ਟੂ ਵਟ ਐਕਸਟੈਂਟ ਦੇ ਵਿੱਚ ਹੁੰਦੀ ਹੈ ਉਹ ਇਹ ਹੈ ਕਿ ਤੁਸੀਂ ਇਸ ਚੀਜ਼ ਨੂੰ ਇਸ ਤਰ੍ਹਾਂ ਲਿਖ ਦਿੰਦੇ ਹੋ ਇਹ ਜੇ ਇਸ ਤਰ੍ਹਾਂ ਲਿਖੋਗੇ ਨਾ ਇਹ ਫੈਕਟ ਬਣ ਜਾਏਗਾ ਇਹ ਐਸੇ ਦੇ ਵਿੱਚ ਅਲਾਉ ਨਹੀਂ ਹੈ ਫੈਕਟ ਲਿਖਣਾ ਇਹਦੇ ਅੱਗੇ ਕੀ ਲਿਖੂਗਾ ਪਊਗਾ ਐਡ ਕਰ ਲਓ ਪਲੱਸ ਇਟ ਇਜ਼ ਹੁਣ ਦੇਖੋ ਇਹਦੇ ਵਿੱਚ ਨਾ ਹੀ ਤਾਂ ਸਮ ਪੀਪਲ ਥਿੰਕ ਦੈਟ ਨਾ ਹੀ ਹੈਗੇ ਮੈਨੀ ਪੀਪਲ ਥਿੰਕ ਦੈਟ ਇਸ ਕਰਕੇ ਇਹਦੇ ਵਿੱਚ ਕੀ ਆਊਗਾ ਇਟ ਇਜ਼ ਕਲੇਮਡ ਦੈਟ ਬਸ सिर्फ ये आएगा इट इज क्लेम्ड दैट क्योंकि इतने ना ही सम पीपल है ना ही मैनी पीपल है हुण पूरी स्टेटमेंट की बन गई सैकेंड स्टैप की बन गया अपना इट इज क्लेम्ड दैट चिल्ड्रंस स्किल्स कैन बी इंप्रूव्ड इफ देयर पेरेंट्स डू गुड एक्टिविटीज विद दैम डन हाँ जी नाउ कम्स टू थर्ड स्टैप ऑफ टू वट एक्सटेंट ऐसे दा थर्ड स्टैप ऑफ इंट्रोडक्शन हाँ जी ये थर्ड स्टैप किवें बनेगा इंट्रोडक्शन का थर्ड स्टैप इज दा हुंदा थर्ड स्टैप इज क्लियर योर पोजीशन ਤੁਹਾਡੀ एंटायर ऐसे दे विच जिहड़ी पोजीशन है वो की रहन वाली है एग्जामिनर नूं तुसीं इंट्रोडक्शन दे विच ही दसना पएगा ਤੁਹਾਡੀ पोजीशन की है ਤੁਸੀਂ ਇਹ ਚੀਜ਼ ਨੂੰ ਮੰਨਦੇ ਹੋ ਕਿ ਨਹੀਂ ਮੰਨਦੇ ਹੁਣ ਦੇਖੋ ਜਿਹੜੀ ਇੰਟਰੋਡਕਸ਼ਨ ਦੇ ਵਿੱਚ ਲਾਇਆ ਆਪਾਂ ਇਟ ਇਜ਼ ਹਾਂਜੀ ਨਾਓ ਕਮਸ ਟੂ ਥਰਡ ਸਟੈਪ ਕਲੀਅਰ ਯੂਰ ਪੋਜੀਸ਼ਨ ਆਪਾਂ ਇਸ ਚੀਜ਼ ਨੂੰ ਮੰਨ ਰਹੇ ਹਾਂ ਡਨ ਆਪਾਂ ਹਾਂ ਦੇ ਵੱਲ ਜਾ ਰਹੇ ਹਾਂ ਕਿ ਠੀਕ ਹੈ ਫਿਰ ਤੁਸੀਂ ਥਰਡ ਸਟੈਪ ਤੁਹਾਡੀ ਪੋਜੀਸ਼ਨ ਹੋਏਗੀ ਦਿਸ ਐਸੇ ਵਿਲ ਆਰਗੂ ਇੱਥੇ ਆਰਗੂ ਆਏਗਾ ਡਿਸਕਸ ਨਹੀਂ ਲਾਉਣਾ that how engaging children in fun activities help in their personal growth ठीक है दिस वन विल बी योर थर्ड स्टैप इस दे इंट्रोडक्शन दे 3 स्टैप्स ने कई एसेज दे 4 स्टैप ने ये हरेक ऐसे अलग अलग टाइप का जिन्ने टाइप के 7-8 टाइप के एसेज ने हरेक दी इंट्रोडक्शन अलग टाइप नाल बनती है इस तरह करोगे तुहाडे 7 बैंड राइटिंग दे विचों आ जाणगे एक चीज़ स्टूडेंट्स नूं मैं होर दसना चाहुंदा कि ज़्यादा तुसीं वोकैबलरी ते फोकस नहीं करना जिन्नी वोकैबलरी मर्जी पा लो जे तुहाडा ऐसे ही गलत है तुहानूं वो वोकैबलरी बैंड नहीं देगी यू मस्ट फोकस ऑन वे ऑफ राइटिंग स्ट्रक्चर आ 3 स्टैप्स क्लीयर है इंट्रोडक्शन दे हुण तुहाडी वोकैबलरी काम करेगी अगर ठीक लिखिया जिवें आपां इस च चिल्ड्रन नूं आपां होर भी लिख सकदे हां वोकैबलरी च ठीक है इस नूं चेंज कर सकदे हो फन एक्टिविटीज़ नूं होर कुछ भी लिख सकदे हो ये वोकैबलरी च आ जाएगा ते बैटर स्किल्स वगैरह नूं होर भी लिख सकते हो जिवें मैं पर्सनल ग्रोथ लिखिया तुसीं होर भी कुछ पा सकते हो जिहड़ी वोकैबलरी है तुहाडी लास्ट ते काम आउणी है फस्ट तो तुसीं लिखना पैना तुहानूं सही